ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਇਸ ਚੈਨਲ ਦੇ ਉੱਤੇ ਮਾਸਟਰ ਕੈਡਰ ਕੈਮਿਸਟਰੀ ਦੀ ਤਿਆਰੀ ਚੱਲ ਰਹੀ ਹੈ, ਠੀਕ ਹੈ, ਜਿਸ ਦੇ ਵਿੱਚ ਅਸੀਂ ਸਪੈਕਟਰੋਸਕੋਪਿਕ ਟੌਪਿਕ ਕਰ ਰਹੇ ਹਾਂ, ਠੀਕ ਹੈ। ਸਪੈਕਟਰੋਸਕੋਪੀ ਦਾ ਜਿਹੜਾ ਫਸਟ ਪਾਰਟ ਹੈ ਕੰਪਲੀਟ ਹੋ ਚੁੱਕਿਆ। ਅੱਜ ਮੈਂ ਸੈਕਿੰਡ ਪਾਰਟ ਲੈ ਕੇ ਆਈ ਹਾਂ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਜੀ ਸੈਕਿੰਡ ਪਾਰਟ, ਦੈਟ ਇਜ਼ ਟਾਈਪਸ ਆਫ ਰੋਟੇਸ਼ਨਲ ਮੋਲੀਕਿਊਲ। ਦੇਖੋ, ਇਹਨੂੰ ਬਹੁਤ ਹੀ ਜ਼ਿਆਦਾ ਕੇਅਰਫੁਲੀ ਸੁਣਨਾ ਤੁਸੀਂ, ਓਕੇ, ਬਿਕੋਜ਼ ਜੋ ਇਹਦਾ ਬੇਸਿਕਸ ਨੇ ਸਪੈਕਟਰੋਸਕੋਪੀ, ਮੈਂ ਕੱਲ੍ਹ ਵੀ ਦੱਸਿਆ ਸੀ ਤੁਹਾਨੂੰ ਕਿ BSc MSc ਲੈਵਲ ਦਾ ਇਹ ਟੌਪਿਕ ਹੈ। ਅਗਰ ਤੁਸੀਂ ਇਹਦਾ ਬੇਸਿਕ ਨਹੀਂ ਚੱਕੋਗੇ ਤਾਂ ਇਹ ਨਹੀਂ ਆਊਗਾ, ਓਕੇ। ਸੋ ਅੱਜ ਆਪਾਂ ਥੋੜ੍ਹੇ ਮੋਲੀਕਿਊਲਸ ਬਾਰੇ ਜਾਣਦੇ ਹਾਂ ਕਿ ਰੋਟੇਸ਼ਨਲ ਮੋਲੀਕਿਊਲਸ ਕਿਹੜੇ ਕਿਹੜੇ ਹੁੰਦੇ ਨੇ। ਅਸੀਂ ਰੋਟੇਸ਼ਨਲ ਸਪੈਕਟਰਾ ਪੜ੍ਹਨਾ, ਵਾਈਬ੍ਰੇਸ਼ਨਲ ਇਲੈਕਟ੍ਰੋਨਿਕ ਸਪੈਕਟਰਾ ਪੜ੍ਹਨਾ, ਠੀਕ ਹੈ। ਸੋ ਸਾਨੂੰ ਕਿਉਂਕਿ ਮੋਲੀਕਿਊਲਸ ਦੀ ਵਜ੍ਹਾ ਨਾਲ ਹੀ ਨੇ ਸਾਰੇ ਸਪੈਕਟਰਾਸ, ਸੋ ਸਾਨੂੰ ਮੋਲੀਕਿਊਲਸ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਮੋਲੀਕਿਊਲਸ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਨੇ, ਓਕੇ। ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੂਗਾ ਦੈਟ ਇਜ਼ ਟਾਈਪਸ ਆਫ ਰੋਟੇਸ਼ਨਲ ਮੋਲੀਕਿਊਲਸ। ਫਸਟ ਟਾਈਪ ਹੈਗੀ ਆ ਦੈਟ ਇਜ਼ ਲੀਨੀਅਰ ਮੋਲੀਕਿਊਲਸ। ਦੇਖੋ ਇਹ ਕੀ ਹੁੰਦੀ ਹੈ, ਲੀਨੀਅਰ ਮੋਲੀਕਿਊਲਸ ਕਿਹੜੇ ਹੁੰਦੇ ਨੇ, ਓਕੇ। ਪਹਿਲੀ ਗੱਲ ਦੇਖੋ, ਇਹਦੇ ਵਿੱਚ ਤੁਸੀਂ ਇਹ ਯਾਦ ਰੱਖਣਾ ਹੈ ਕਿ ਜਿਹੜੇ ਮੈंने ਐਗਜ਼ਾਮਪਲਸ ਤੁਹਾਨੂੰ ਦਿਖਾਏ ਨੇ ਦੈਟ ਇਜ਼ H2 HCl OCS CO2 O2 HCN, ਠੀਕ ਹੈ, ਦੀਜ਼ ਆਲ, ਇਹ ਸਾਰੇ ਕੀ ਨੇ, ਇਹ ਲੀਨੀਅਰ ਮੋਲੀਕਿਊਲਸ ਨੇ। ਹੁਣ ਪਤਾ ਕਿਵੇਂ ਲੱਗਿਆ ਕਿ ਇਹ ਲੀਨੀਅਰ ਮੋਲੀਕਿਊਲਸ ਨੇ, ਓਕੇ। ਦੇਖੋ ਸਾਡੇ ਕੋਲ ਕੀ ਹੁੰਦਾ ਹੈ, ਸਪੋਜ਼ ਮੇਰੇ ਕੋਲ ਕੀ ਹੈ, ਦਿਸ ਇਜ਼ X ਐਕਸਿਸ, Y ਐਕਸਿਸ ਐਂਡ Z ਐਕਸਿਸ, ਓਕੇ। ਮੈਂ ਇਸ H2 ਨੂੰ ਪਲੇਸ ਕਰਨਾ, ਠੀਕ ਹੈ। ਤਾਂ ਮੈਂ ਕਿੱਦਾਂ ਪਲੇਸ ਕਰੂੰਗੀ, ਜੋ ਮੈਂ H2 ਪਲੇਸ ਕੀਤਾ ਉਹ ਮੇਰਾ ਇੱਕੋ ਹੀ ਐਕਸਿਸ 'ਤੇ ਆ ਗਿਆ, ਠੀਕ ਹੈ ਨਾ, ਇੱਕੋ ਹੀ ਐਕਸਿਸ 'ਤੇ ਆ ਗਿਆ। ਦੈਟ ਮੀਨ ਐਸੇ ਮੋਲੀਕਿਊਲ ਜਿਹੜੇ ਇੱਕੋ ਹੀ ਐਕਸਿਸ 'ਤੇ ਆ ਜਾਂਦੇ ਨੇ, ਓਕੇ, ਬਾਕੀ ਦੋ ਐਕਸਿਸ ਦੀ ਲੋੜ ਨਹੀਂ ਹੈਗੀ। ਸੋ ਉਹਨਾਂ ਮੋਲੀਕਿਊਲਸ ਨੂੰ ਅਸੀਂ ਕਹਿੰਦੇ ਹਾਂ ਲੀਨੀਅਰ ਮੋਲੀਕਿਊਲਸ, ਵੈਰੀ ਸਿੰਪਲ। ਤਾਂ ਇਹ ਸਾਰੇ ਜਿਹੜੇ ਮੋਲੀਕਿਊਲਸ ਦੱਸੇ ਨੇ, ਐਗਜ਼ਾਮਪਲ ਦੱਸੀਆਂ ਨੇ, ਇਹ ਸਾਰੇ ਕੀ ਨੇ, ਲੀਨੀਅਰ ਮੋਲੀਕਿਊਲਸ ਨੇ। ਔਰ ਜੋ ਇੱਥੇ IA ਲਿਖਿਆ ਹੋਇਆ, IA ਇਕੁਅਲ ਟੂ 0, ਠੀਕ ਹੈ। ਸਪੋਜ਼ ਦਿਸ ਇਜ਼ A, ਦਿਸ ਇਜ਼ B ਐਂਡ ਦਿਸ ਇਜ਼ C। IA ਜੋ ਹੈ ਦੈਟ ਇਜ਼ 0, ਜਿਸ 'ਤੇ ਤੁਸੀਂ ਮੋਲੀਕਿਊਲ ਨੂੰ ਪਲੇਸ ਕਰ ਦਿੱਤਾ ਹੈ, ਦੈਟ ਇਜ਼ ਇਨਰਸ਼ੀਆ। I ਮੀਨਸ ਮੂਵਮੈਂਟ ਆਫ ਇਨਰਸ਼ੀਆ, ਓਕੇ। IA ਜੋ ਹੈ ਇਹਦੇ ਵਿੱਚ 0 ਹੁੰਦਾ। IB ਅਤੇ IC ਜਿਹੜੇ ਨੇ, ਇਨਰਸ਼ੀਆ ਜਿਹੜਾ ਹੈਗਾ, ਮੂਵਮੈਂਟ ਆਫ ਇਨਰਸ਼ੀਆ ਅਲੋਂਗ Z ਐਕਸਿਸ ਐਂਡ Y ਐਕਸਿਸ ਜੋ ਹੈ ਉਹ 0 ਨਹੀਂ ਹੁੰਦਾ, ਓਕੇ। ਉਹ ਇਕੁਅਲ ਹੁੰਦੇ ਨੇ ਦੋਨੋਂ ਹੀ ਇਨਰਸ਼ੀਆ। ਸੋ ਇਹ ਤੁਸੀਂ ਲਰਨ ਕਰਨਾ, ਕੰਡੀਸ਼ਨ ਲਰਨ ਕਰਨੀ ਹੈ। ਐਗਜ਼ਾਮ ਦੇ ਵਿੱਚ ਕੀ ਹੈਗਾ, ਇੰਪੋਰਟੈਂਟ ਬਣ ਜਾਂਦੀਆਂ ਨੇ ਐਗਜ਼ਾਮਪਲਸ। ਪੇਪਰ 'ਚ ਆਊਗਾ ਕਿ ਜੋ CO2 ਹੈ, ਠੀਕ ਹੈ, ਇਹ ਕਿਹੜੇ ਮੋਲੀਕਿਊਲ ਦੀ ਐਗਜ਼ਾਮਪਲ ਹੈ, ਲੀਨੀਅਰ ਹੈ ਜਾਂ ਸਫੈਰੀਕਲ ਹੈ ਜਾਂ ਕਿਹੜਾ ਹੈ, ਓਕੇ। ਸੋ ਤੁਸੀਂ ਯਾਦ ਰੱਖਣਾ, ਇਹਨਾਂ ਦੀਆਂ ਸਾਰੀਆਂ ਐਗਜ਼ਾਮਪਲਸ ਲਰਨ ਕਰ ਲਓ, ਨੋਟ ਕਰ ਲਓ। ਐਂਡ ਦਿਸ ਕੰਡੀਸ਼ਨ ਫॉर ਮੂਵਮੈਂਟ ਆਫ ਇਨਰਸ਼ੀਆ, ਠੀਕ ਹੈ ਜੀ, ਕਲੀਅਰ ਹੋ ਗਿਆ। ਨੈਕਸਟ ਦੇਖੋ, ਸਫੈਰੀਕਲ ਟੌਪ। ਕਿਹੜੇ, ਸਫੈਰੀਕਲ ਟੌਪ। ਸਫੈਰੀਕਲ ਟੌਪ ਮੋਲੀਕਿਊਲ ਕਿਹੜੇ ਹੁੰਦੇ ਨੇ, ਇਹਨਾਂ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਜੋ ਸਾਰੇ ਮੂਵਮੈਂਟ ਆਫ ਇਨਰਸ਼ੀਆ ਹੁੰਦੇ ਨੇ ਅਲੋਂਗ XYZ, ਸਾਰੇ ਮੂਵਮੈਂਟ ਆਫ ਇਨਰਸ਼ੀਆ ਪਹਿਲੀ ਗੱਲ ਤਾਂ ਹੁੰਦੇ ਨੇ ਇਕੁਅਲ, ਠੀਕ ਹੈ ਜੀ। ਦੂਸਰੀ ਗੱਲ ਯਾਦ ਰੱਖਣੀ ਹੈ, ਇਹਦੇ ਅੰਡਰ ਉਹ ਮੋਲੀਕਿਊਲਸ ਹੁੰਦੇ ਨੇ ਜਿਹੜੇ ਪਰਫੈਕਟ ਟੈਟਰਾਹੈਡਰਲ ਹੋਣ ਅਤੇ ਪਰਫੈਕਟ ਓਕਟਾਹੈਡਰਲ ਹੋਣਗੇ, ਓਕੇ। ਹੁਣ ਪਰਫੈਕਟ ਦਾ ਕੀ ਮਤਲਬ ਹੈ, ਤੁਸੀਂ ਇਸ ਐਗਜ਼ਾਮਪਲ ਤੋਂ ਸਮਝੋ। ਦੇਖੋ ਇਹ ਕਾਰਬਨ ਹੈ, ਕਾਰਬਨ ਦੇ ਅਰਾਊਂਡ ਕੀ ਨੇ, 4 ਹਾਈਡਰੋਜਨ ਲੱਗੇ ਹੋਏ ਨੇ, ਠੀਕ ਹੈ, 4 ਹਾਈਡਰੋਜਨ ਲੱਗੇ ਹੋਏ ਨੇ। ਇੱਥੇ ਵੀ ਕਾਰਬਨ ਹੈ, ਕਾਰਬਨ ਦੇ ਅਰਾਊਂਡ ਜੋ ਨੇ ਦੈਟ ਇਜ਼ 3 ਹਾਈਡਰੋਜਨ ਐਂਡ 1 ਕੀ ਲੱਗਿਆ ਹੋਇਆ, ਕਲੋਰੀਨ। ਹੁਣ ਹੈ ਤਾਂ ਦੋਨੋਂ ਹੀ ਟੈਟਰਾਹੈਡਰਲ ਨੇ, ਬਟ ਪਰਫੈਕਟ, ਇਹਨਾਂ ਨੇ ਕਿਹਾ ਪਰਫੈਕਟ। ਪਰਫੈਕਟ ਦਾ ਮੀਨਿੰਗ ਇਹ ਹੁੰਦਾ ਹੈ ਕਿ ਕਾਰਬਨ ਦੇ ਅਰਾਊਂਡ ਜੋ ਨੇ ਸਾਰੇ ਜਿਹੜੇ ਨੇ ਸੇਮ ਹੋਣੇ ਚਾਹੀਦੇ ਨੇ, ਸੇਮ ਲੀਗੈਂਡਸ ਕਹਿ ਸਕਦੇ ਹੋ ਤੁਸੀਂ, ਓਕੇ। ਇੱਥੇ ਕੀ ਇੱਕ ਡਿਫਰੈਂਟ ਆ ਗਿਆ, ਠੀਕ ਹੈ ਨਾ। ਸੋ ਇਹਨੇ ਜਿਹੜਾ ਹੈ ਟੈਟਰਾਹੈਡਰਲ ਦੀ ਜੋ ਪਰਫੈਕਟਨੈਸ ਸੀਗੀ ਉਹ ਖਤਮ ਕਰਤੀ। ਸੋ ਸਰਾਊਂਡਿੰਗ ਦੇ ਵਿੱਚ ਜੇਕਰ ਸਾਰੇ ਸੇਮ ਨੇ, ਉਹ ਕੀ ਹੋਏਗਾ, ਪਰਫੈਕਟ ਟੈਟਰਾਹੈਡਰਲ ਹੋਏਗਾ। ਔਰ ਇਸ ਤਰੀਕੇ ਦੇ ਮੋਲੀਕਿਊਲਸ ਨੂੰ ਅਸੀਂ ਕਿਹੜੇ ਮੋਲੀਕਿਊਲਸ ਕਹਿੰਦੇ ਹਾਂ, ਦੈਟ ਇਜ਼ ਸਫੈਰੀਕਲ ਟੌਪ ਮੋਲੀਕਿਊਲ, ਓਕੇ ਜੀ। ਦਿਸ ਇਜ਼ ਨਾਟ ਪਰਫੈਕਟ। ਸੋ ਇਹਦੇ ਵਿੱਚ ਕਿਹੜੇ ਕਿਹੜੇ ਐਗਜ਼ਾਮਪਲਸ ਆ ਜਾਣਗੀਆਂ, ਦੇਖੋ CH4 ਇਹਦੇ ਵਿੱਚ ਐਗਜ਼ਾਮਪਲ ਆ ਜੂ, SF6, S ਦੇ ਅਰਾਊਂਡ ਜੋ ਹੈਗੇ ਨੇ F6 ਲੱਗੇ ਹੋਏ ਨੇ, ਓਕੇ। ਇਹ ਓਕਟਾਹੈਡਰਲ 'ਚ ਆ ਗਿਆ ਨਾ, ਪਰਫੈਕਟ ਸੇਮ ਹੋਣੇ ਚਾਹੀਦੇ ਨੇ। ਇਹ ਵੀ ਸੇਮ ਐਗਜ਼ਾਮਪਲ ਇਹਦੀ ਆ ਜੂਗੀ, UF6P4। ਸੋ ਤੁਸੀਂ ਕੀ ਲਰਨ ਕਰਨਾ, ਇੱਕ ਤਾਂ ਇਹ ਲਰਨ ਕਰਨਾ ਕਿ ਇਹਦੀ ਕੰਡੀਸ਼ਨ ਕੀ ਹੈ, ਮੂਵਮੈਂਟ ਆਫ ਇਨਰਸ਼ੀਆ ਜਿਹੜੇ ਨੇ ਸਾਰੀ ਐਕਸਿਸ ਦੇ ਅਲੋਂਗ ਹੁੰਦਾ, ਸੋ ਇਸ ਕਰਕੇ ਸਾਰੇ ਇਕੁਅਲ ਹੋਣਗੇ। ਐਂਡ ਇਹਦੀ ਐਗਜ਼ਾਮਪਲਸ ਇਹ ਨੋਟ ਡਾਊਨ ਕਰ ਲਓ ਜੀ, ਓਕੇ। ਨੈਕਸਟ ਹੈ ਸਾਡੇ ਕੋਲ ਥਰਡ ਟਾਈਪ ਦੈਟ ਇਜ਼ ਸਿਮੈਟ੍ਰਿਕ ਟੌਪਸ। ਹੁਣ ਸਿਮੈਟ੍ਰਿਕ ਟੌਪਸ ਕਿਹੜੇ ਹੁੰਦੇ ਨੇ, ਬਹੁਤ ਇੰਟਰਸਟਿੰਗ ਹੈ। ਸਿਮੈਟ੍ਰਿਕ ਟੌਪਸ ਬਾਰੇ ਜਾਣਦੇ ਆ। ਦੇਖੋ ਸਿਮੈਟ੍ਰਿਕ ਟੌਪਸ ਕਿਹੜੇ ਹੁੰਦੇ ਨੇ,
ਇਹਦੇ ਅੰਦਰ ਦੋ ਕੈਟਾਗਰੀਜ਼ ਆਉਂਦੀਆਂ ਨੇ। ਸਿਮੈਟ੍ਰਿਕ ਟੌਪਸ ਦੋ ਤਰ੍ਹਾਂ ਦੇ ਹੋ ਸਕਦੇ ਨੇ, ਦੈਟ ਇਜ਼ ਪ੍ਰੋਲੇਟ ਐਂਡ ਓਬਲੇਟ। ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਪ੍ਰੋਲੇਟ ਦਾ ਕਿਵੇਂ ਪਤਾ ਲੱਗੇਗਾ, ਓਬਲੇਟ ਦਾ ਕਿਵੇਂ ਪਤਾ ਲੱਗੇਗਾ। ਓਕੇ, ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਪ੍ਰੋਲੇਟ ਹੁੰਦੇ ਨੇ ਇਹਦੀ ਕੰਡੀਸ਼ਨ ਨੋਟ ਡਾਊਨ ਕਰ ਲਓ। ਕੀ ਕੰਡੀਸ਼ਨ ਹੁੰਦੀ ਹੈ ਫॉर ਮੂਵਮੈਂਟ ਆਫ ਇਨਰਸ਼ੀਆ, ਔਰ ਇਹਦੀ ਕੰਡੀਸ਼ਨ ਕੀ ਹੁੰਦੀ ਹੈ ਇਹ ਵੀ ਤੁਸੀਂ ਨੋਟ ਡਾਊਨ ਕਰ ਲਓ। ਠੀਕ ਹੈ, ਬਾਕੀ ਇਹਦੀ ਐਗਜ਼ਾਮਪਲਸ ਲਿਖੀਆਂ ਹੋਈਆਂ ਨੇਗੀਆਂ ਕਿਹੜੇ ਕਿਹੜੀਆਂ ਹੁੰਦੀਆਂ ਨੇ, CH3F, CH3CN and H3C and C ट्रिपल बॉन्ड CH and Le। ਓਕੇ, ਇਹ ਬਹੁਤ ਇੰਟਰਸਟਿੰਗ ਆ, ਇਹਨੂੰ ਲਰਨ ਕਰਨ ਦਾ ਮੈਂ ਤਰੀਕਾ ਤੁਹਾਨੂੰ ਹੁਣੀ ਦੱਸ ਰਹੀ ਹਾਂ। ਠੀਕ ਹੈ, ਤੁਸੀਂ ਇਹ ਨਹੀਂ ਸੋਚਣਾ ਵੀ ਇਹ ਥੋੜੀ ਕ੍ਰੈਮਿੰਗ ਹੈ, ਇਹਦੇ ਵਿੱਚ ਕ੍ਰੈਮਿੰਗ ਨਹੀਂ ਆ। ਤੁਸੀਂ ਇਹਨੂੰ ਤੁਹਾਨੂੰ ਮੈਂ ਦੱਸਦੀ ਹਾਂ ਨੈਕਸਟ ਮੂਵ ਕਰਾਂਗੇ ਜਦੋਂ। ਇਹਦੇ ਵਿੱਚ ਦੇਖੋ ਕੀ ਹੈ, ਦੈਟ ਇਜ਼ BCl3 ਬੈਂਜ਼ੀਨ ਹੋ ਗਿਆ, ਇਹ ਓਬਲੇਟ 'ਚ ਆਉਂਦਾ। ਹੁਣ ਸਾਨੂੰ ਕਿਵੇਂ ਪਤਾ ਲੱਗਿਆ ਕਿ ਸਾਰੇ ਓਬਲੇਟ 'ਚ ਆਉਂਦੇ ਨੇ, ਇਹ ਜਿਹੜੇ ਨੇ ਪ੍ਰੋਲੇਟ 'ਚ ਆਉਂਦੇ ਨੇ। ਪਹਿਲੀ ਗੱਲ ਤਾਂ ਇੱਕ ਗੱਲ ਸੁਣੋ, ਇਹ ਜਿਹੜੇ ਸਾਰੀਆਂ ਐਗਜ਼ਾਮਪਲਸ ਨੇ ਇਹ ਦੋਨੋਂ ਇਹ ਹੈ ਕੀ ਨੇ, ਸਿਮੈਟ੍ਰਿਕ ਨੇ। ਓਕੇ, ਹੁਣ ਸਿਮੈਟ੍ਰਿਕ ਹੋਣ ਦੀ ਕੀ ਕੰਡੀਸ਼ਨ ਹੈ, ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਸਿਮੈਟ੍ਰਿਕ ਨੇ, ਹੈ ਨਾ। ਵਾਈ ਸਿਮੈਟ੍ਰਿਕ, ਸਿਮੈਟ੍ਰਿਕ ਦਾ ਕਿਵੇਂ ਪਤਾ ਲੱਗੂਗਾ, ਦੈਟ ਇਜ਼ ਇੱਕ ਕੰਡੀਸ਼ਨ ਹੁੰਦੀ ਹੈ। ਦੇਖੋ ਕੰਡੀਸ਼ਨ ਕੀ ਹੈ, ਦੈਟ ਇਜ਼ CN ਐਕਸਿਸ। ਇੱਕ ਕੰਡੀਸ਼ਨ ਤੁਸੀਂ ਯਾਦ ਰੱਖਣੀ ਹੈ, ਤੁਸੀਂ ਇਹਨਾਂ ਸਾਰੇ ਜਿਹੜੇ ਮੋਲੀਕਿਊਲ ਐਗਜ਼ਾਮਪਲ ਦਿੱਤੇ ਨੇ ਨਾ ਇਹਨਾਂ ਦੀ CN ਐਕਸਿਸ ਕੱਢਣੀ ਆ। ਜੇਕਰ CN ਐਕਸਿਸ ਜਿਹੜੀ ਹੈਗੀ ਹੈ ਜਦੋਂ ਤੁਸੀਂ ਕੱਢੋਗੇ, ਜੇਕਰ ਉਹ C3 ਆ ਜਾਂਦੀ ਹੈ, C4 ਆ ਜਾਂਦੀ ਹੈ, ਓਕੇ ਇੱਦਾਂ ਦੀ ਕੁਛ ਮਤਲਬ ਆ ਜਾਂਦੀ ਹੈ ਵੈਲਿਊ C3 C4 C5, ਤਾਂ ਤੁਸੀਂ ਸਮਝ ਜਾਣਾ ਵੀ ਇਹ ਕਿਹਨੂੰ ਬਿਲੋਂਗ ਕਰਦਾ ਹੈ, ਦੈਟ ਇਜ਼ ਸਿਮੈਟ੍ਰਿਕ। ਓਕੇ, N ਜੋ ਹੈ 3B ਹੋ ਸਕਦਾ, 3 ਤੋਂ ਗ੍ਰੇਟਰ ਵੀ, ਇਹ ਵੈਲਿਊਜ਼ ਆ ਜਾਂਦੀਆਂ ਨੇ ਤਾਂ ਸਿਮੈਟ੍ਰਿਕ ਦੇ ਵਿੱਚ ਆਉਂਦੇ ਨੇ। ਆਪਾਂ ਹੁਣ CN ਐਕਸਿਸ ਕੱਢਣਾ ਸਿੱਖਣਾ ਗਾ। ਠੀਕ ਹੈ, ਅਗਰ ਕਿਸੇ ਦੀ ਵੈਲਿਊ C2 ਆਉਂਦੀ ਹੈ, ਠੀਕ ਹੈ ਨਾ, ਕਿੰਨੀ ਆਉਂਦੀ ਹੈ C2, ਤੇ ਫਿਰ ਜੇਕਰ ਉਹ S4 ਐਕਸਿਸ ਨੂੰ ਵੀ ਐਕਵਾਇਰ ਕਰ ਰਿਹਾ ਤਾਂ ਵੀ ਕੀ ਕਹਾਂਗੇ ਆਪਾਂ, ਸਿਮੈਟ੍ਰਿਕ ਦੇ ਵਿੱਚ ਆਉਣਗੇ। एग्जाम्पल नाल समझदे हाँ जी। देखो जे मैं फस्ट एग्जाम्पल मैंने लाई है, देखो ए वाली एग्जाम्पल लै रही हाँ मैं, CH3F। इनू समझो पहला, एक समझ आ गई तो सारियां समझ आ जाएगियां। CH3F जो है, पहली गल जिहड़ी है ये सफेरिकल टॉप नहीं हैगा। वाई, क्योंकि असीं कहा सी कि C दे अराउंड सारे सेम होने चाहिए ने। हुण C दे अराउंड सारे सेम तो है नहीं, ठीक है ना, तो सफेरिकल टॉप तो ये है नहीं गा। ठीक है, क्योंकि नॉट परफेक्ट टैट्राहेड्रल, लीनियर भी नहीं हैगा। तो फिर हुण की बचिया, दैट इज सिमैट्रिकल बचिया ना। हुण सिमैट्रिक टॉप दे विच अगे दो हुंदे ने, हुण प्रोलेट है जां ओबलेट है। ओके, देखो ये मैंने बनाई है डायग्राम CH3F दी। ये देखो ये डायग्राम नूं देखो तुसीं, ते मैंने की कीता, ये डायग्राम जदों बनाने आपां तां एक देखो ये F हो गया, ये H हो गया, ये H इधरली साइड हो गया, ये H दूसरी वाली साइड हो गया। ठीक है ना, तां 3D पिक्चर है ये। तां तुसीं की करना है, एक प्लेन इत्थे लाइन लगाउणी आ, एक एक्सिस ड्रॉ करनी है तुसीं। ठीक है ना, एक्सिस ड्रॉ करनी है मीनस F नूं तुसीं की कर देना, फिक्स कर देना। तो फिर की होगा जदों इहनूं फिक्स करता, तो जिहड़े ये H नेगे इहनूं मीनस तुसीं इदां रोटेट करो तो ये इदां रोटेट होण लग जाणगे, है ना। मीनस जो तीनों H ने ये की कर रहे हैं, रोटेट कर रहे हैं। ये भी H रोटेट कर रहा है, ये भी कर रहा है, ये भी, ये फिक्स है। ओके, तो की होएगा, तीन एटम जिहड़े ने रोटेट कर रहे हैं कार्बन एटम के अराउंड। जिन्ने एटम रोटेट करनगे उन्नी उहदा ऑर्डर होएगा जां उन्नी ही उहदी एक्सिस होएगी। सो इत्थे किन्नी एक्सिस आ गई, C3। ठीक है ना, जां तुसीं ऑर्डर कह सकते हो। हुण C3 आ गया, सो इहदा मतलब की पता लग गया कि सिमैट्रिक दे विच इनकलूडिड है। ओके, हुण सिमैट्रिक दे विच आ गया। उस तो बाद देखो तुहानूं ये भी दसूँगी कि प्रोलेट किवें होऊगा जां फिर ओबलेट किवें होऊगा, वो भी तुहानूं पता लग जाएगा। पहले ए वाली एग्जाम्पल देखो, देखो दिस इज H2O। ओके, जे इत्थे फिक्स कर दईए ते इहनूं मूव करवाइए तो सिर्फ ए हाइड्रोजन मतलब ये की होणगे, रोटेट करनगे। ओके, जो रोटेट करनगे तो C2 एक्सिस आंसर आएगा। बट असी कंडीशन की रखी सी कि C3 तो स्टार्ट होना है, जे C2 है तो वो की है, गलत। ओके, यह की नहीं होएगा, सिमैट्रिक दे विच इनकलूडिड नहीं होएगा, ना तो सफेरिकल है ना ही यह सिमैट्रिकल है। ठीक है जी, नैक्सट एग्जाम्पल देखो BCl3 की एग्जाम्पल देखो, ये की हो रहा है। हुण जेकर असीं इहदी गल करिए BCl3 की, देखो इहदी डायग्राम किदां, दैट इज BCl CL CL।
ओके तुसी एक की कर लिया एक्सिस ड्रॉ कर ली, ठीक है। हुण रोटेट करो, रोटेट करांगे तो यह जिहड़ा क्लोरीन इधर मूव करेगा, एक क्लोरीन इधर, मीनस रोटेट होएगा। ओके इस तरीके की रोटेशन है जिहड़ी चलेगी। सो इहदे विच की है, दो एटम रोटेट कर रहे हैं क्लोरीन दे। सो मैनू तो लगता भी दो कर रहे हैं, तो ये कोले किहड़ी एक्सिस होएगी, C2 एक्सिस होएगी। बट C2 एक्सिस तो सिमेट्रिक दे विच हुंदी होई नहीं। सो इस करके कहांगे असीं सिमेट्रिकल टॉप इहदे अंदर नहीं हैगा। बट जेकर असी इस तरीके नाल नहीं ड्रॉ कर सकते तो किस तरीके नाल ड्रॉ करिए एक्सिस नूं कि सो दैट यह सिमेट्रिकल टॉप की एग्जाम्पल बन जाए। ओके देखो नैक्सट दे विच मैंने तुहानूं दिखाया है, तुसी की करना है, इत्थों की एक्सिस जिहड़ी है पास करनी है, ठीक है ना। जित्थों की तुसी देख रहे हो ना, वीडियो नूं देख रहे हो, उत्थों की एक्सिस इहदे विच दी लंघा दो, ठीक है। तो फिर किधर इत्थों की एंटर करेगी तो परां वाली साइड की निकल जाएगी। ओके तो दैट मीन की होएगा फिर तो तीनों ही जिहड़े एटम ने ये रोटेट करनगे। ओके तीनों दे तीनों की करनगे, रोटेट करनगे। ओके तो दैट मीन की हुंदा हैगा, इहदे विच कितनी एक्सिस आ जाएगी, 3 एक्सिस आ जाएगी। तो सिमेट्रिकल टॉप की एग्जाम्पल बिल्कुल बन जाएगी। ठीक है जी। हुण सानूं किद्दां पता लगूगा कि कोई एग्जाम्पल प्रोलेट दी है जां ओबलेट दी है। देखो प्रोलेट दी तुसीं याद रखना है, जिहड़े प्रोलेट हुंदे ने उन्हां दी शेप एवें दी बनदी हुंदी है, जिद्दां असीं कहने शटलकॉक शेप बनदी है। बट जिहड़े ओबलेट हुंदे ने उन्हां दी डिस्क लाइक जिहड़ी है स्ट्रक्चर बनदी है। हुण थोड़ा फिर उपर आने आ, दैट इज़ इहदे विच किहड़ी स्ट्रक्चर बनेगी, डिस्क लाइक बनेगी ना, इट इज़ लाइक डिस्क। ओके सो इहदे विच की आंसर आ जाएगा, दिस इज़ ओबलेट। ओके जे इहदी गल करिए असीं BCl3 दी, देखो इहदे विच इदां स्ट्रक्चर एवें, ये तो हुंदा ही नहीं, सॉरी ये तो सिमेट्रिकल दे विच आ ही नहीं रहा सीगा, ये भी सिमेट्रिकल दे विच नहीं आ रहा सीगा। ओके इहदी स्ट्रक्चर तुसीं देख सकदे हो, ये फिक्स है, ये फिक्स है ना, तो ये तीनों रोटेट कर रहे हैं। सो इहदी स्ट्रक्चर देखो किदां दी बन रही है, दैट इज़ इदां फनल टाइप बन रही है ना उस तरीके नाल, दैट इज़ दिस। तो प्रोलेट दे विच आ जांदा जी, ठीक है। डिस्कस करदे आ दोबारा इन्हां नूं। ਤੁਸੀਂ ਇਹ ਡਾਇਗਰਾਮ ਦੇਖੋ, ਦੇਖੋ ਮੈਂ ਇਹਨਾਂ ਦੀ ਗੱਲ ਕਰ ਰਹੀ ਸੀ। ਜੇ ਆਪਾਂ ਐਕਸਿਸ ਇੱਥੋਂ ਦੀ ਡਰਾ ਕਰਦੇ ਹਾਂ, ਠੀਕ ਹੈ ਨਾ, ਇੱਦਾਂ ਐਕਸਿਸ ਆਪਾਂ ਫਿਕਸ ਕਰ ਲਈ, ਤਾਂ ਫਿਰ ਇਹ ਤਿੰਨੋਂ ਜਿਹੜੇ ਨੇ ਐਟਮ ਕੀ ਕਰਨਗੇ, ਰੋਟੇਟ ਕਰਨਗੇ, ਠੀਕ ਹੈ ਜੀ। ਇਹ ਰੋਟੇਟ ਕਰਨਾ ਸ਼ੁਰੂ ਕਰ ਦੇਣਗੇ। ਓਕੇ ਤੇ ਇਹਦੀ ਜਿਹੜੀ ਸਟਰਕਚਰ ਹੋਏਗੀ ਉਹ ਕਿੱਦਾਂ ਦੀ ਸ਼ੇਪ ਦੀ ਨਜ਼ਰ ਆ ਰਹੀ ਹੈ ਤੁਹਾਨੂੰ, ਸ਼ਟਲ ਟਾਈਪ, ਜੋ ਬੈਡਮਿੰਟਨ ਦੇ ਵਿੱਚ ਸ਼ਟਲ ਹੁੰਦੀ ਹੈ ਉਸ ਦੇ ਵਾਂਗੂ ਨਜ਼ਰ ਆ ਰਹੀ ਹੈ। ਸੋ ਇਸ ਕਰਕੇ ਇਹਨੂੰ ਪ੍ਰੋਲੇਟ ਦੇ ਵਿੱਚ ਅਸੀਂ ਕੈਟੇਗਰਾਈਜ਼ ਕਰ ਦਾਂਗੇ। ਬਟ ਜਿਹੜੀ ਇਹ ਵਾਲੀ ਸਟਰਕਚਰ ਹੈ, ਇੱਥੇ ਤੁਸੀਂ ਦੇਖੋ ਇਹਦੇ ਵਿੱਚ ਕੀ ਹੈ, ਇਹ ਤਿੰਨੋਂ ਜਿਹੜੇ ਨੇ ਮੂਵ ਕਰਨਗੇ। ਓਕੇ ਇਹ ਤਿੰਨੋਂ ਕੀ ਕਰਨਗੇ, ਮੂਵ, ਕਿਉਂਕਿ ਜਿਹੜੀ ਐਕਸਿਸ ਲੰਘਾਈ ਅਸੀਂ ਉਹ ਇਹਦੇ ਵਿੱਚ ਦੀ ਲੰਘਾਈ ਹੈ। ਓਕੇ ਨੀਚੋਂ ਸੈਂਟਰ ਦੇ ਪੁਆਇੰਟ ਦੇ ਵਿੱਚੋਂ ਅਸੀਂ ਟੌਪ ਟੂ ਬੋਟਮ ਵੱਲ ਜਿਹੜੀ ਹੈਗੀ ਹੈ ਐਕਸਿਸ ਨੂੰ ਅਸੀਂ ਫਿਕਸ ਕੀਤਾ। ਸਮਝ ਆ ਗਿਆ। ਸੋ ਇੱਥੇ ਜਿਹੜੀ ਹੈਗੀ ਡਿਸਕ ਲਾਈਕ ਜਿਹੜਾ ਰੋਟੇਸ਼ਨ ਹੋਏਗੀ, ਡਿਸਕ ਟਾਈਪ ਇਹ ਘੁੰਮੇਗਾ। ਜੇ ਡਿਸਕ ਟਾਈਪ ਘੁੰਮੇਗਾ ਤਾਂ ਇਹਦੀ ਜਿਹੜੀ ਸਟਰਕਚਰ ਹੋਏਗੀ ਦੈਟ ਇਜ਼ ਓਬਲੇਟ ਸ਼ੇਪ ਆਏਗੀ। ਇਹਦੀ ਜਿਹੜੀ ਹੋਏਗੀ ਦੈਟ ਇਜ਼ ਸ਼ਟਲ ਟਾਈਪ ਆਏਗੀ। ਓਕੇ ਜਿਸ ਨੂੰ ਅਸੀਂ ਕਹਾਂਗੇ ਪ੍ਰੋਲੇਟ। ठीक है जी। जे तुहानूं वीडियो पसंद आ रही है प्लीज़ लाइक कर दो, ठीक है ना। तो उस तो बाद हैगा साडे कोल एग्जाम्पल, ये देखो हुण इहदे विच किवें मूव कीता सी, हुणी एग्जाम्पल कीती है, इदां मूव कीता ना। सो दिस इज़ ओबलेट, डिस्क लाइक स्ट्रक्चर तो ओबलेट। ओके एंड एक्सिस कितनी है C3, क्योंकि 3 एटम जिहड़े ने मूव कर रहे हैं। नैक्सट देखो बेंजीन, बेंजीन के सेंटर के विचों दी एक्सिस लगा दो, ठीक है ना, टॉप तो बॉटम वाल लगा दो, ठीक है। अपने वालों तुसीं स्टार्ट करो एक्सिस नूं लगाउणा ते परां वाली साइड लगा दो, तो सेंटर के विचों दी लंघू तो की होएगा, 6 ਦੇ 6 कार्बन की करनगे, रोटेट करनगे, तो एक डिस्क लाइक स्ट्रक्चर वांगू रोटेट करनगे, तो की आ जाएगा C6 एंड ओबलेट स्ट्रक्चर, वेरी सिंपल। ओके नैक्सट देखो ਇਹਦੇ ਵਿੱਚ ਕੀ ਹੋਏਗਾ, दैट इज़ ਇਹਦੇ ਵਿੱਚ ਵੀ ਸੈਂਟਰ ਦੀ ਜਿਹੜੀ ਹੈਗੀ ਹੈ ਤੁਸੀਂ ਫਿਕਸਡ ਐਕਸਿਸ ਲੰਘਾਉਣੀ ਹੈ, ਤੇ ਇਹਦੇ ਵਿੱਚ ਕੀ ਹੋਏਗਾ, ਚਾਰੋਂ ਕਾਰਬਨ ਜਿਹੜੇ ਨੇ ਉਹ ਕੀ ਕਰਨਗੇ, ਮੂਵ ਕਰਨਗੇ। ਓਕੇ ਇਹਦੀ ਵੀ ਸਟਰਕਚਰ ਇੱਦਾਂ ਡਰਾ ਹੋਏਗੀ, दैट इज़ ओबलेट शेप हो जाएगी एंड एक्सिस कितनी है C4। सो इस करके ये सिमेट्रिकल चाह रहे हैं, C3 C4। ओके सारे सिमेट्रिकल ने, ठीक है जी। नैक्सट देखो ਇਹਦੇ ਵਿੱਚ ਕਿੱਦਾਂ ਹੋਏਗਾ, ਇਹ ਕਿੱਦਾਂ मूव ਕਰੂਗਾ, ਇੱਥੋਂ ਦੀ ਤੁਸੀਂ ਐਕਸਿਸ ਪਾਸ ਕਰ ਦਿਓ। ਕਿਹਦੀ ਐਗਜ਼ਾਮਪਲ ਹੈ ਇਹ, NH3 ਦੀ, ठीक है जी। ਇਹ ਤਾਂ ਲੋਨ ਪੇਅਰ ਹੈ। ਓਕੇ ਇਹਨੂੰ ਨਹੀਂ ਦੇਖਣਾ, ਜਿੱਥੋਂ ਫਿਕਸ ਕਰ ਦਈਏ ਤਾਂ ਇਹਨਾਂ ਦੀ ਸ਼ੇਪ ਦੇਖੋ ਕਿੱਦਾਂ ਬਣ ਰਹੀ ਹੈ। ਓਕੇ ਤਾਂ ਇਹ ਤਿੰਨੋਂ ਮੂਵ ਕਰਨਗੇ, ਇਸ ਕਰਕੇ ਵੀ ਕੀ ਆ ਗਿਆ, ਓਬਲੇਟ ਦੇ ਵਿੱਚ ਆ ਗਿਆ ਐਂਡ C3 ਐਂਡ ਡਿਸਕ ਟਾਈਪ ਇਹਦੀ ਜਿਹੜੀ ਹੈਗੀ ਆ ਸਟਰਕਚਰ ਬਣੇਗੀ। ਨੈਕਸਟ ਤੁਸੀਂ ਦੇਖ ਸਕਦੇ ਹੋ दैट इज़ CH3N। ਓਕੇ ਇਹਦੀ ਐਗਜ਼ਾਮਪਲ ਕੀ ਹੈ, दैट इज़ नो दिस इज़ नॉट एग्जाम्पल, ਇਹ ਦੀ एग्जाम्पल है दैट इज़ CH2CN, ठीक है। ये किद्दां एग्जाम्पल CN ग्रुप लग्या होया। ओके दैट इज़ किद्दां बनेगी ਇਹਦੀ स्ट्रक्चर,
CN ग्रुप ਨੂੰ ਤੁਸੀਂ ਇੱਕ ਗਰੁੱਪ ਮੰਨ ਲਓ ਓਕੇ। ਜਿਹੜੀ ਰੋਟੇਸ਼ਨ ਇੱਥੋਂ ਫਿਕਸ ਐਕਸਿਸ ਕਰ ਦਿਓ, ਇਹਦੀ ਐਕਸਿਸ ਫਿਕਸ ਕਰ ਦਿਓ, ਠੀਕ ਹੈ। ਤੇ ਜਿਹੜੇ ਤਿੰਨੋਂ ਹਾਈਡਰੋਜਨ ਨੇ ਇਹ ਕੀ ਕਰਨਗੇ, ਮੂਵ ਕਰਨਗੇ ਓਕੇ, ਤਿੰਨੋਂ ਮੂਵ ਕਰਨਗੇ। ਸਮਝ ਆ ਗਈ ਨਾ। ਦੈਟ ਇਜ਼ ਜੇ ਤਿੰਨੋਂ ਮੂਵ ਕਰਨਗੇ ਤਾਂ ਕੀ ਹੋਏਗਾ, ਕਿੱਦਾਂ ਹੋਊਗਾ ਸਟਰਕਚਰ ਇਹਦੀ। ਦੈਟ ਇਜ਼ ਇੱਦਾਂ ਐਵੇਂ ਨਹੀਂ ਲੱਗ ਰਹੀ ਕਿ ਦੈਟ ਇਜ਼ ਦੇਖੋ ਇੱਦਾਂ ਸ਼ੇਪ ਫਨਲ ਟਾਈਪ ਜਾਂ ਸ਼ਟਲ ਟਾਈਪ ਸ਼ੇਪ ਬਣ ਰਹੀ ਹੈ ਇਹਦੀ, ਠੀਕ ਹੈ ਨਾ ਇੱਦਾਂ ਓਕੇ। ਸੋ ਇਹ ਕਿਹਦੇ ਵਿੱਚ ਆ ਜਾਏਗਾ, ਪ੍ਰੋਲੇਟ 'ਚ ਆ ਜਾਏਗਾ ਓਕੇ ਜੀ। ਸੋ ਦਿਸ ਇਜ਼ ਐਗਜ਼ਾਮਪਲ ਫॉर ਓਕੇ ਪ੍ਰੋਲੇਟ ਐਂਡ ਇਹ ਵੀ ਸਿਮੈਟ੍ਰਿਕ ਦੇ ਵਿੱਚ ਹੀ ਆਉਂਦਾ ਹੈ। ਸੋ ਇਸ ਕਰਕੇ C3 ਵੀ ਇਹਦੇ ਵਿੱਚ ਆਕੂਪਾਈ ਹੋ ਰਿਹਾ, ਮੀਨਸ ਇਹਦੀ ਜਿਹੜੀ ਕੰਡੀਸ਼ਨ ਹੈ ਫੁੱਲਫਿਲ ਹੋ ਰਹੀ ਹੈ। ਪ੍ਰੋਲੇਟ ਹੋ ਗਿਆ, C3 ਹੋ ਗਿਆ, ਸ਼ਟਲ ਟਾਈਪ ਹੋ ਗਿਆ। ਨੈਕਸਟ ਦੇਖੋ ਐਲੀਨ, ਇਹ ਤੁਸੀਂ ਇੱਕ ਯਾਦ ਰੱਖਣਾ ਹੈ, ਜੋ ਐਲੀਨ ਹੁੰਦਾ ਇੱਕ ਸਪੈਸ਼ਲ ਕੇਸ ਜਿਹਾ ਹੀ ਆ ਜਾਂਦਾ ਹੈ ਤਾਂ ਇਹ ਵੀ ਕਿਹਦੇ ਵਿੱਚ ਆਉਂਦਾ, ਸਿਮੈਟ੍ਰਿਕ ਟੌਪ ਦੇ ਵਿੱਚ ਹੀ ਆਉਂਦਾ। ਐਗਜ਼ਾਮ 'ਚ ਆ ਸਕਦਾ ਹੈ ਕਿ ਐਲੀਨ ਜੋ ਹੁੰਦਾ ਹੈ ਉਹ ਸਿਮੈਟ੍ਰਿਕ ਟੌਪ ਦੀ ਐਗਜ਼ਾਮਪਲ ਹੈ, ਜਾਂ ਲੀਨੀਅਰ ਜਾਂ ਸਫੈਰਿਕਲ ਜਾਂ ਅਸਿਮੈਟ੍ਰਿਕ ਓਕੇ। ਸੋ ਤੁਸੀਂ ਐਗਜ਼ਾਮਪਲ ਜਿਹੜੀ ਹੈਗੀ ਯਾਦ ਰੱਖਣੀ ਹੈ ਕਿ ਜੋ ਐਲੀਨ ਹੈ ਕਿਹਦੀ ਐਗਜ਼ਾਮਪਲ ਹੈ, ਦੈਟ ਇਜ਼ ਸਿਮੈਟ੍ਰਿਕ ਦੀ, ਔਰ ਇਸ ਦੇ ਕੋਲੇ S4 ਐਕਸਿਸ ਹੁੰਦੀ ਹੈ। ਨੈਕਸਟ ਦੇਖੋ ਜੀ ਅਸਿਮੈਟ੍ਰਿਕ ਟੌਪਸ। ਹੁਣ ਅਸਿਮੈਟ੍ਰਿਕ ਟੌਪਸ ਕਿਹੜੇ ਹੁੰਦੇ ਨੇ, ਫਸਟ ਆਫ ਆਲ ਤੁਸੀਂ ਇਹਦਾ ਮੂਵਮੈਂਟ ਆਫ ਇਨਰਸ਼ੀਆ ਦੀਆਂ ਕੰਡੀਸ਼ਨਸ ਯਾਦ ਰੱਖ ਲਓ ਕਿ ਜੋ IA ਹੈ, IB, IC ਇਹ ਸਾਰੇ ਅਨਇਕੁਅਲ ਹੁੰਦੇ ਨੇ, ਕੋਈ ਵੀ ਕਿਸੇ ਦੇ ਇਕੁਅਲ ਨਹੀਂ ਹੁੰਦਾ ਬਿਕੋਜ਼ ਆਫ ਅਸਿਮੈਟ੍ਰਿਕ ਜਿਹੜਾ ਹੈ। ਇਹਦੇ ਅੰਦਰ ਨਾ 3 ਪੁਆਇੰਟਸ ਹੁੰਦੇ ਨੇ ਜੋ ਤੁਸੀਂ ਯਾਦ ਰੱਖ ਸਕਦੇ ਹੋ ਐਜ਼ ਅ ਕੰਡੀਸ਼ਨ, ਜਿਨ੍ਹਾਂ ਨੂੰ ਪੁਆਇੰਟ ਰੂਟਸ ਕਿਹਾ ਜਾਂਦਾ ਹੈ, CNH, C2V ਐਂਡ CS okay. The molecule having these 3 point roots are included in asymmetric tops. ਜਿਹੜੇ ਮੋਲੀਕਿਊਲਸ ਕੇ ਕੋਲ ਕਿਸੇ ਕੋਲ ਵੀ ਅਗਰ ਇੱਕ ਇਹਨਾਂ 'ਚੋਂ ਕੋਈ ਵੀ ਮਤਲਬ ਪੁਆਇੰਟ ਰੂਟ ਹੈਗਾ, ਠੀਕ ਹੈ ਨਾ, ਜਿਸ ਦੇ ਕੋਲ CS ਹੈ ਜਾਂ C2V ਹੈ ਜਾਂ CNH ਹੈ, ਤਾਂ ਦੈਟ ਮੀਨ ਉਹ ਅਸਿਮੈਟ੍ਰਿਕ ਦੇ ਵਿੱਚ ਆਉਂਦਾ ਹੈ। ਦੇਖੋ ਐਗਜ਼ਾਮਪਲ ਇਹਦੇ ਵਿੱਚ ਜਿਹੜੀਆਂ ਐਗਜ਼ਾਮਪਲਸ ਆ ਜਾਂਦੀਆਂ ਨੇ, ਜਿੱਦਾਂ ਵਾਟਰ H2O ਵੀ ਕਿਹਦੇ ਵਿੱਚ ਆਉਂਦਾ, ਦੈਟ ਇਜ਼ ਅਸਿਮੈਟ੍ਰਿਕ ਦੇ ਵਿੱਚ ਆਉਂਦਾ ਬਿਕੋਜ਼ ਇਹਦੇ ਕੋਲੇ C2V ਜੋ ਹੈ ਪੁਆਇੰਟ ਰੂਟ ਕੰਡੀਸ਼ਨਸ ਹੁੰਦੀ ਹੈ। ਔਰ ਇਹਦੇ ਵਿੱਚ ਕੀ ਹੁੰਦਾ, ਦੈਟ ਇਜ਼ ਇਹਦੇ ਕੋਲ ਕੀ ਹੁੰਦਾ, ਜਿਹੜੀ ਇਹ ਵਾਲੀ ਐਗਜ਼ਾਮਪਲ ਹੈ ਦਿਸ ਇਜ਼ CS ਦਾ ਮਤਲਬ ਹੁੰਦਾ ਹੈ ਕਿ ਇਹਦੇ ਕੋਲੇ ਇਸ ਮੋਲੀਕਿਊਲ ਦੇ ਕੋਲ ਪਲੇਨ ਆਫ ਸਿਮੈਟਰੀ ਹੈ। ਜੇਕਰ ਇੱਥੋਂ ਦੀ ਪਲੇਨ ਲੰਘਾ ਦਿੱਤਾ ਜਾਵੇ ਓਕੇ, ਤਾਂ ਜੋ ਇੱਧਰ ਤੁਹਾਨੂੰ ਦਿਖ ਰਹੇ ਨੇ ਐਟਮਸ, ਉਹੀ ਐਟਮ ਇੱਧਰ ਹੋਣਗੇ ਓਕੇ। ਸੋ ਹੁਣ ਇੱਥੇ ਨਹੀਂ ਹੈਗੇ ਬਿਕੋਜ਼ ਹੁਣ ਤੁਸੀਂ ਕੀ ਕਰ ਸਕਦੇ ਹੋ, ਪਲੇਨ ਆਫ ਸਿਮੈਟਰੀ ਇੱਦਾਂ ਬਣਾਉਣੀ ਹੈ ਕਿ ਤੁਹਾਨੂੰ ਮੋਲੀਕਿਊਲ ਜਿਹੜੇ ਨੇ ਸੇਮ ਦਿਖਾਈ ਦੇਣ, ਠੀਕ ਹੈ ਨਾ। ਪਲੇਨ ਆਫ ਸਿਮੈਟਰੀ ਜਿਹੜੀ ਹੈਗੀ ਆ ਉਹ ਇਹਦੇ ਕੋਲੇ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਹਨੂੰ ਵੀ ਕੀ ਕਹਾਂਗੇ ਅਸੀਂ, ਅਸਿਮੈਟ੍ਰਿਕ ਕਹਾਂਗੇ। ਮੀਨਸ ਪਲੇਨ ਆਫ ਸਿਮੈਟਰੀ ਦਾ ਮਤਲਬ ਹੈ ਤੁਸੀਂ ਪਲੇਨ ਐਵੇਂ ਡਰਾ ਕਰ ਲਓ, ਚਾਹੇ ਪਲੇਨ ਐਵੇਂ ਡਰਾ ਕਰ ਲਓ, ਠੀਕ ਹੈ। ਨੈਕਸਟ ਦੇਖੋ NO2 ਐਂਥਰਾਸੀਨ, ਬਾਕੀ ਤੁਸੀਂ ਇਹਦੇ ਸਾਰੇ ਐਗਜ਼ਾਮਪਲਸ ਲਰਨ ਕਰ ਲਓ। anthracene, vinyl chloride, okay, this is example for vinyl chloride and anthracene, H3BO3 and NO2 ਇਹ ਸਾਰੇ ਅਸਿਮੈਟ੍ਰਿਕ ਨੇ। ਮੇਨ ਤੁਸੀਂ ਐਗਜ਼ਾਮਪਲਸ ਤੇ ਫੋਕਸ ਕਰਨਾ ਹੈ, ਇਹਨਾਂ ਐਗਜ਼ਾਮਪਲਸ ਨੂੰ ਇੱਕ ਸਾਈਡ ਤੇ ਨੋਟ ਕਰ ਲਓ ਕਿ ਇਹ ਐਗਜ਼ਾਮਪਲ ਅਸਿਮੈਟ੍ਰਿਕ ਟੌਪ ਦੀਆਂ ਨੇ ਓਕੇ। ਸੋ ਨੈਕਸਟ ਜੋ ਹੈ ਸਾਡੇ ਕੋਲ CH3CN, CH3OH, ਇਹ ਦੋ ਮੋਲੀਕਿਊਲਸ ਨੇ। ਤੁਸੀਂ ਇਹਦੇ ਵਿੱਚ ਇਹ ਦੱਸਣਾ ਹੈ ਕਿ ਇਹਦੇ ਵਿੱਚ ਸਿਮੈਟ੍ਰਿਕ ਟੌਪ ਜੋ ਹੈ ਇਹਦੇ ਵਿੱਚ ਦੋਨਾਂ ਦੇ ਵਿੱਚ ਅਸਿਮੈਟ੍ਰਿਕ ਟੌਪ। ਹੁਣ ਇਹ ਦੋਨੋਂ ਦੇਖੋ, ਜੇਕਰ ਆਪਾਂ ਇਹਦੀ ਸਟਰਕਚਰ ਬਣਾਉਣੀ ਸ਼ੁਰੂ ਕਰੀਏ CH3CN ਦੀ, ਤਾਂ ਕਿੱਦਾਂ ਬਣੂਗੀ, ਇਹਦੀ ਸਟਰਕਚਰ ਬਣ ਗਈ ਇਹ ਵਾਲੀ ਓਕੇ। ਕੀ ਹੋਏਗਾ ਜੇ ਇੱਥੋਂ ਮੈਂ ਫਿਕਸ ਕਰਦਾ ਐਕਸਿਸ ਨੂੰ, ਤਾਂ ਇਹ ਤਿੰਨੋਂ ਜਿਹੜੇ ਹਾਈਡਰੋਜਨ ਨੇ ਇਹ ਕੀ ਕਰਨਗੇ, ਰੋਟੇਟ ਕਰਵਾਉਣੇ ਆ, ਠੀਕ ਹੈ। ਰੋਟੇਟ ਕਰਨਗੇ ਤੇ ਕਿੱਦਾਂ ਦੀ ਸ਼ੇਪ ਬਣਾਉਣਗੇ, ਡਿਸਕ ਟਾਈਪ ਸ਼ੇਪ ਬਣਾਉਣਗੇ, ਠੀਕ ਹੈ। ਤਾਂ ਇਹ ਕੀ ਆ ਜਾਊਗਾ, ਦੈਟ ਇਜ਼ ਸਿਮੈਟ੍ਰਿਕ ਟੌਪ। ਡਿਸਕ ਟਾਈਪ ਨਹੀਂ, ਡਿਸਕ ਟਾਈਪ ਨਹੀਂ, ਇਹ ਇੱਦਾਂ ਦੀ ਸ਼ੇਪ ਬਣੇਗੀ ਇਹਦੀ, ਲਾਈਕ ਦਿਸ, ਇਟਸ ਅ ਫਨਲ ਟਾਈਪ। ਦੇਖੋ ਫਨਲ ਟਾਈਪ ਜਿਹੜੀ ਹੈ ਬਣੇਗੀ, ਮੀਨਸ ਫਨਲ ਕਹਿ ਦਿਓ ਤੁਸੀਂ ਜਾਂ ਫਿਰ ਸ਼ਟਲ ਟਾਈਪ ਕਹਿ ਦਿਓ। ਸੋ ਪ੍ਰੋਲੇਟ ਦੇ ਵਿੱਚ ਆਏਗਾ ਓਕੇ, ਮੀਨਸ ਆਏਗਾ ਤਾਂ ਸਿਮੈਟ੍ਰਿਕ ਹੀ ਓਕੇ। ਤਾਂ ਉਹ ਤੁਸੀਂ ਦੇਖਣਾ ਹੈ ਕਿ ਡਿਸਕ ਟਾਈਪ ਬਣ ਰਿਹਾ ਜਾਂ ਫਿਰ ਜਿਹੜਾ ਹੈ ਦੂਸਰਾ ਸ਼ਟਲ ਟਾਈਪ ਬਣ ਰਿਹਾ। ਨੈਕਸਟ ਜੋ ਹੈ ਦੈਟ ਇਜ਼ CH3OH, ਇਹਦੇ ਵਿੱਚ ਕੀ ਹੈ, ਜੇਕਰ ਇਹਦੀ ਸਟਰਕਚਰ ਬਣਾਉਣੀ ਸ਼ੁਰੂ ਕਰੀਏ ਦੈਟ ਇਜ਼ CH, ਇੱਥੇ ਵੀ H ਆਏਗਾ, ਦਿਸ ਇਜ਼ H ਓਕੇ। ਜਿਹੜੀ ਇਹ ਵਾਲੀ ਸਟਰਕਚਰ ਹੈ ਦਿਸ ਇਜ਼ OH, ਠੀਕ ਹੈ। ਜੇਕਰ ਇਹਨੂੰ ਇੱਦਾਂ ਡਰਾ ਕਰੀਏ ਲੱਗੂ ਐਵੇਂ ਕਿ ਸਿਮੈਟ੍ਰਿਕ ਹੈ, ਬਟ ਇਹ ਅਸਿਮੈਟ੍ਰਿਕ ਕਿਉਂਕਿ ਜਿਹੜਾ O ਹੈ ਇਹਦੇ ਕੋਲ ਦੋ ਲੋਨ ਪੇਅਰ ਵੀ ਤਾਂ ਹੁੰਦੇ ਨੇ ਨਾ। ਜੇ ਇਹਦੀ ਐਕਸਿਸ ਡਰਾ ਕਰੀਏ, ਐਕਸਿਸ ਤੋਂ ਬਾਅਦ ਕੀ ਹੁੰਦਾ ਹੈ, ਜੋ ਐਕਸਿਸ ਤੋਂ ਬਾਅਦ ਇਹ ਵਾਲਾ ਹਾਈਡਰੋਜਨ ਤਾਂ ਬਾਹਰ ਹੀ ਰਹਿ ਜਾਂਦਾ, ਬਾਹਰ ਰਹਿਣ ਕਰਕੇ ਇਹ ਸਿਮੈਟ੍ਰਿਕ ਦੇ ਵਿੱਚ ਨਹੀਂ ਆਉਂਦਾ, ਠੀਕ ਹੈ ਨਾ। ਇਹ ਕਿਹਦੇ 'ਚ ਆਊਗਾ, ਅਸਿਮੈਟ੍ਰਿਕ 'ਚ ਆਊਗਾ। ਇਹ ਤਿੰਨੋਂ ਰੋਟੇਟ ਕਰਨਗੇ, ਇਹ H ਜਿਹੜਾ ਹੈ ਰਿਮੇਨਿੰਗ ਰਹਿ ਰਿਹਾ। ਨੈਕਸਟ ਜੋ ਹੈ ਦੈਟ ਇਜ਼
ਮਾਈਕ੍ਰੋਵੇਵ ਐਕਟਿਵ ਔਰ ਮਾਈਕ੍ਰੋਵੇਵ ਇਨਐਕਟਿਵ ਮੋਲੀਕਿਊਲਸ ਕਿਹੜੇ-ਕਿਹੜੇ ਹੁੰਦੇ ਨੇ, ਜਾਂ ਫਿਰ ਕਹਿ ਸਕਦੇ ਹਾਂ ਵੀ ਉਹ ਕਿਹੜੇ ਮੋਲੀਕਿਊਲਸ ਨੇ ਜਿਹੜੇ ਰੋਟੇਸ਼ਨਲ ਸਪੈਕਟਰੋਸਕੋਪੀ ਨੂੰ ਸ਼ੋ ਕਰਦੇ ਨੇ। ਤਾਂ ਮਾਈਕ੍ਰੋਵੇਵ ਐਕਟਿਵ ਦੇ ਵਿੱਚ ਤੁਸੀਂ ਇੱਕ ਮੇਨ ਇਹਦੇ ਵਿੱਚ ਟੌਪਿਕ ਯਾਦ ਕਰਨਾ, ਦੈਟ ਇਜ਼ ਡਾਈਪੋਲ ਮੂਵਮੈਂਟ। ਜੇਕਰ ਤਾਂ ਡਾਈਪੋਲ ਮੂਵਮੈਂਟ ਹੈ, ਕਿਸੇ ਮੋਲੀਕਿਊਲ ਡਾਈਪੋਲ ਮੂਵਮੈਂਟ ਹੈ, ਠੀਕ ਹੈ ਨਾ, ਤਾਂ ਦੈਟ ਮੀਨ ਉਹ ਮਾਈਕ੍ਰੋਵੇਵ ਐਕਟਿਵ ਹੋਣਗੇ। ਜਿਸ ਦੇ ਕੋਲ ਕੋਈ ਡਾਈਪੋਲ ਮੂਵਮੈਂਟ ਨਹੀਂ ਹੈਗਾ ਉਹ ਮਾਈਕ੍ਰੋਵੇਵ ਇਨਐਕਟਿਵ ਹੋਣਗੇ। ਕਿਉਂਕਿ ਅਸੀਂ ਰੋਟੇਸ਼ਨਲ ਸਪੈਕਟਰੋਸਕੋਪੀ ਜਿਹੜੀ ਹੈ ਸਟਾਰਟ ਕਰਨ ਜਾ ਰਹੇ ਹਾਂ, ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿਹੜੇ ਮੋਲੀਕਿਊਲ ਰੋਟੇਸ਼ਨਲ ਸਪੈਕਟਰੋਸਕੋਪੀ ਨੂੰ ਸ਼ੋ ਕਰਨਗੇ। ਸੋ ਡਾਈਪੋਲ ਮੂਵਮੈਂਟ ਹੈ ਜਿਹੜਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਮਾਈਕ੍ਰੋਵੇਵ ਐਕਟਿਵ ਮੀਨਸ ਕਿਹੜੇ ਹੋ ਗਏ, ਜਿਨ੍ਹਾਂ ਕੋਲ ਡਾਈਪੋਲ ਹੋਏਗਾ, ਮੀਨਸ ਰੋਟੇਸ਼ਨਲ ਸਪੈਕਟਰੋਸਕੋਪੀ ਨੂੰ ਸ਼ੋ ਕਰਨਗੇ। ਇਨਐਕਟਿਵ ਕਿਹੜੇ ਹੋ ਗਏ, ਜਿਨ੍ਹਾਂ ਕੋਲ ਡਾਈਪੋਲ ਮੂਵਮੈਂਟ ਨਹੀਂ ਹੋਏਗਾ। ਐਗਜ਼ਾਮਪਲਸ ਲਿਖੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ। ਇਹ ਸਾਰੇ ਜਿਹੜੇ ਨੇ HCl, CO, SF4, H2S, SO2, O3, N2O, SCO, HOCl, NH3, ClF3 ਤੇ ਇਹਦੇ ਵਿੱਚ ਆ ਗਿਆ HCl2, CO2, ਠੀਕ ਹੈ ਨਾ। ਇਹ ਸਾਰੀਆਂ ਐਗਜ਼ਾਮਪਲ ਜਿਹੜੀਆਂ ਨੇ ਇਹ ਇਨਐਕਟਿਵ ਨੇ, ਮੀਨਸ ਨੋ ਰੋਟੇਸ਼ਨਲ ਸਪੈਕਟਰੋਸਕੋਪੀ। ਇਹਦੇ ਵਿੱਚ ਕੋਈ ਰੋਟੇਸ਼ਨਲ ਸਪੈਕਟਰੋਸਕੋਪੀ ਇਹ ਸ਼ੋ ਨਹੀਂ ਕਰਦੇ। ਜਿਹੜੇ ਦੇਖੋ ਨਹੀਂ ਸ਼ੋ ਕਰਦੇ ਨਾ, ਉਹਦੇ ਬਾਰੇ ਕੁਝ ਕੰਡੀਸ਼ਨਸ ਨੇ, ਤੁਸੀਂ ਲਰਨ ਕਰ ਸਕਦੇ ਹੋ। ਜਿਹੜੇ ਨਹੀਂ ਸ਼ੋ ਕਰਦੇ, ਇੱਕ ਤਾਂ ਹੈ ਕਿ ਪਰਫੈਕਟ ਹੁੰਦੇ ਨੇ ਇਹ ਮੋਲੀਕਿਊਲਸ, ਪਰਫੈਕਟ ਹੁੰਦੇ ਨੇ। ਪਰਫੈਕਟ ਕਿੱਦਾਂ, ਦੇਖੋ ਜਿਵੇਂ CH4 ਹੈ, ਇਹਦੀ ਐਗਜ਼ਾਮਪਲ ਲਓ CH4, ਓਕੇ। ਅਰਾਊਂਡ ਜਿਹੜੇ ਨੇ ਚਾਰੋਂ ਹਾਈਡਰੋਜਨ ਹੀ ਲੱਗੇ ਹੋਏ ਨੇ, ਉਹਨੂੰ ਕਹਿੰਦੇ ਨੇ ਪਰਫੈਕਟ। ਜਾਂ ਤਾਂ ਇਹ ਸਾਰੇ ਪਰਫੈਕਟ ਮੋਲੀਕਿਊਲ ਹੋਣਗੇ, ਠੀਕ ਹੈ, ਜਾਂ ਫਿਰ ਇਹਨਾਂ ਕੋਲ ਕੋਈ ਲੋਨ ਪੇਅਰ ਨਹੀਂ ਹੋਊਗਾ। ਜਿਨ੍ਹਾਂ ਕੋਲ ਕੋਈ ਲੋਨ ਪੇਅਰ ਨਾ ਹੋਵੇ ਤੇ ਜਿਹੜੇ ਕਿ ਹੁਣ ਪਰਫੈਕਟ ਮੋਲੀਕਿਊਲ ਹੋਣ, ਠੀਕ ਹੈ, ਤੇ ਜਿਹੜੇ ਸਾਰੇ ਲੀਗੈਂਡਸ ਜਿਨ੍ਹਾਂ ਦੇ ਅਰਾਊਂਡ ਕੀ ਹੋਣ, ਸੇਮ ਹੋਣ, ਉਹ ਇਨਐਕਟਿਵ ਹੁੰਦੇ ਨੇ। ਠੀਕ ਹੈ ਜੀ, ਤਾਂ ਤੁਸੀਂ ਇੱਦਾਂ ਲਰਨ ਕਰ ਲੈਣਾ। ਇੱਕ ਨੋਟ ਜੇਕਰ ਦੇਖਿਆ ਜਾਵੇ ਤਾਂ ਇਹ ਯਾਦ ਰੱਖਣਾ ਹੈ ਕਿ ਜਿਹੜੇ ਸਫੈਰੀਕਲ ਟੌਪਸ ਅਸੀਂ ਪੜ੍ਹੇ ਨੇ, 4 ਤਰ੍ਹਾਂ ਦੇ ਮੋਲੀਕਿਊਲ ਪੜ੍ਹੇ ਨੇ, ਉਹਦੇ ਵਿੱਚ ਸਫੈਰੀਕਲ ਟੌਪਸ ਆਏ ਸੀ ਨਾ, ਜਿਹਦੇ ਸਰਾਊਂਡਿੰਗ ਸਾਰੇ ਐਲੀਮੈਂਟ ਸੇਮ ਹੋਣੇ ਚਾਹੀਦੇ ਨੇ, ਪ੍ਰੋਪਰ ਜਿਹੜਾ ਹੈ ਟੈਟਰਾਹੈਡਰਲ ਐਂਡ ਪਰਫੈਕਟ ਔਕਟਾਹੈਡਰਲ। ਉਹਨਾਂ ਦੇ ਕੋਲ ਕੋਈ ਡਾਈਪੋਲ ਮੂਵਮੈਂਟ ਨਹੀਂ ਹੁੰਦਾ, ਇਸ ਕਰਕੇ ਮਾਈਕ੍ਰੋਵੇਵ ਇਨਐਕਟਿਵ ਹੁੰਦੇ ਨੇ। ਇਸ ਕਰਕੇ ਕੋਈ ਵੀ ਰੋਟੇਸ਼ਨਲ ਸਪੈਕਟਰਮ ਜਿਹੜਾ ਹੈਗਾ, ਜਾਂ ਰੋਟੇਸ਼ਨਲ ਸਪੈਕਟਰੋਸਕੋਪੀ ਉੱਥੇ ਓਬਜ਼ਰਵ ਨਹੀਂ ਹੁੰਦੀ। ਠੀਕ ਹੈ ਨਾ ਜੀ, ਇੱਥੇ ਕੀ ਆ ਜਾਏਗਾ, ਰੋਟੇਸ਼ਨਲ ਆ ਜਾਏਗਾ। ਨੈਕਸਟ ਦੇਖੋ, ਸਮਰੀ ਹੈ ਜਿਹੜੀ ਤੁਹਾਡੇ ਲਈ ਬਣਾਈ ਗਈ ਹੈ। ਸਮਰੀ ਤੁਸੀਂ ਦੇਖ ਸਕਦੇ ਹੋ, ਜੋ ਅੱਜ ਅਸੀਂ ਪੜ੍ਹਿਆ ਲੀਨੀਅਰ ਦਾ ਤੁਸੀਂ ਮੂਵਮੈਂਟ ਆਫ ਇਨਰਸ਼ੀਆ ਦੀ ਕੰਡੀਸ਼ਨ ਐਂਡ ਐਗਜ਼ਾਮਪਲਸ ਲਰਨ ਕਰਨੀਆਂ ਨੇ। ਸਫੈਰੀਕਲ ਟੌਪ ਦੇ ਵਿੱਚ ਕੰਡੀਸ਼ਨਸ ਹੋ ਗਈਆਂ ਤੇ ਐਗਜ਼ਾਮਪਲਸ। ਇਹਦੇ ਵਿੱਚ ਥੋੜ੍ਹੀਆਂ ਐਡੀਸ਼ਨਲ ਐਗਜ਼ਾਮਪਲਸ ਵੀ ਮੈंने ਐਡ ਕੀਤੀਆਂ ਨੇ, ਜੋ ਮੇ ਬੀ ਉੱਪਰ ਜਿਹੜੀਆਂ ਸੀ ਨਹੀਂ ਸੀਗੀਆਂ, ਸੋ ਇਹਨਾਂ ਨੂੰ ਨੋਟ ਕਰ ਲਿਓ। ਠੀਕ ਹੈ, ਨੈਕਸਟ ਜਿਹੜਾ ਹੈ ਦੈਟ ਇਜ਼ ਸਿਮੈਟ੍ਰਿਕ ਟੌਪ ਦੀਆਂ ਕੁਝ ਐਗਜ਼ਾਮਪਲਸ ਨੇਗੀਆਂ, ਤੇ ਉਸ ਤੋਂ ਬਾਅਦ ਅਸਿਮੈਟ੍ਰਿਕ ਟੌਪ ਦੀਆਂ ਕੁਝ ਐਗਜ਼ਾਮਪਲਸ ਨੇ। ਓਕੇ ਜੀ, ਇਹਨਾਂ ਨੂੰ ਨੋਟ ਕਰ ਲਓ। ਮੇਨਲੀ ਜੋ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਐਗਜ਼ਾਮਪਲਸ ਹੀ ਨੇ। ਐਗਜ਼ਾਮਪਲਸ ਪੁੱਛੇ ਜਾ ਸਕਦੇ ਨੇ ਕਿ ਇਹ ਜੋ ਹੈ ਇਹ ਵੀ ਪੁੱਛਿਆ ਜਾ ਸਕਦਾ ਕਿ ਰੋਟੇਸ਼ਨਲ ਸਪੈਕਟਰੋਸਕੋਪੀ ਇਹਦੇ ਵਿੱਚ ਐਕਟਿਵ ਹੈ ਜਾਂ ਨਹੀਂ ਹੈ, ਇਹ ਮੋਲੀਕਿਊਲ ਜਿਹੜਾ ਹੈ ਕਿਹਦੀ ਐਗਜ਼ਾਮਪਲ ਹੈ। ਠੀਕ ਹੈ, 1 ਪੁਆਇੰਟ ਲਈ ਤੁਸੀਂ ਤਿਆਰ ਕਰਨਾ, ਅਦਰਵਾਈਜ਼ ਸਪੈਕਟਰੋਸਕੋਪੀ ਜਿਹੜਾ ਹੈ ਕਾਫੀ ਕੰਪਲੈਕਸ ਟੌਪਿਕ ਹੈ ਜੀ ਇਹ। ਓਕੇ, ਇਹਦੀ ਥਿਊਰੀ ਜਿਹੜੀ ਹੈ ਕਾਫੀ ਵੱਡੀ ਥਿਊਰੀ ਬਣ ਜਾਂਦੀ ਹੈ, ਕਾਫੀ ਡਿਟੇਲਡ ਬੁੱਕ ਆਉਂਦੀ ਹੈ ਸਪੈਸ਼ਲੀ MSc ਦੇ ਵਿੱਚ ਇਹ। ਸੋ ਤੁਸੀਂ ਸਿਰਫ ਆਪਣੇ ਪੁਆਇੰਟ ਆਫ ਵਿਊ, ਜੋ ਐਗਜ਼ਾਮ ਦਾ ਪੁਆਇੰਟ ਆਫ ਵਿਊ ਹੈ, ਉਹਦੇ ਅਕੋਰਡਿੰਗ ਜਿਹੜੀ ਹੈ ਤਿਆਰੀ ਕਰਨੀ ਹੈ। ਠੀਕ ਹੈ, ਸੋ 1 ਵਰਡ ਜਿਹੜਾ ਲੱਭ ਸਕਦੇ ਹੋ ਨਾ ਲੱਭੋ, ਐਂਡ ਐਗਜ਼ਾਮਪਲਸ ਨੂੰ ਇਹਦੇ ਵਿੱਚ ਅੱਜ ਦੇ ਟੌਪਿਕ ਦੇ ਵਿੱਚ ਐਗਜ਼ਾਮਪਲਸ ਨੂੰ ਲਰਨ ਕਰ ਲਓ। ਠੀਕ ਹੈ, ਸੋ ਇਹੀ ਇੰਪੋਰਟੈਂਟ ਨੇਗੀਆਂ ਅੱਜ ਦੇ ਟੌਪਿਕ ਦੇ ਵਿੱਚ। ਸਿਮੈਟ੍ਰਿਕ ਤੇ ਅਸਿਮੈਟ੍ਰਿਕ ਟੌਪ ਦੀ ਐਗਜ਼ਾਮਪਲਸ ਵੈਰੀ ਇੰਪੋਰਟੈਂਟ। ਅੱਜ ਦਾ ਟੌਪਿਕ ਜੇ ਤੁਹਾਨੂੰ ਪਸੰਦ ਆਇਆ, ਠੀਕ ਹੈ, ਲਾਈਕ ਕਰ ਦਿਓ ਤੇ ਇੱਕ ਵਾਰੀ ਕਮੈਂਟ ਵੀ ਕਰ ਦਿਓ ਵੀ ਹਾਂਜੀ ਸਮਝ ਆ ਗਿਆ। ਤੇ ਜੇਕਰ ਕਿਤੇ ਪ੍ਰੋਬਲਮ ਲੱਗ ਰਹੀ ਹੈ ਵੀ ਹਾਂ ਇੱਥੇ ਕੋਈ ਡਾਊਟ ਹੈ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਲਿਖ ਦਿਓ ਡਾਊਟ ਜੋ ਵੀ ਹੈ। ਅਦਰਵਾਈਜ਼ ਜੇ ਸਮਝ ਆਉਂਦਾ ਤਾਂ ਜ਼ਰੂਰ ਦੱਸਿਆ ਕਰੋ ਵੀ ਹਾਂਜੀ ਸਮਝ ਆ ਰਿਹਾ। ਅਦਰਵਾਈਜ਼ ਫਿਰ ਨੈਕਸਟ ਵੀਡੀਓ ਬਣਾਉਣ ਦਾ ਉਨੀ ਮੋਟੀਵੇਸ਼ਨ ਹੁੰਦੀ ਆ, ਨਹੀਂ ਫਿਰ ਥੋੜ੍ਹਾ ਜਿਹਾ ਐਵੇਂ ਲੱਗਦਾ ਵੀ ਬੱਚਿਆਂ ਨੂੰ ਸ਼ਾਇਦ ਸਮਝ ਨਹੀਂ ਆ ਰਿਹਾ। ਠੀਕ ਹੈ ਨਾ, ਸੋ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ। ਠੀਕ ਹੈ, ਸਭ ਤੋਂ ਇੰਪੋਰਟੈਂਟ ਸਬਸਕ੍ਰਾਈਬ ਕਰ ਦਿਓ। ਓਕੇ ਜੀ, ਗੁੱਡ ਲੱਕ ਸਟੂਡੈਂਟਸ। ਓਕੇ, ਥੈਂਕ ਯੂ ਵੈਰੀ ਮੱਚ।